ਛਕਈਆ ਟੀਵੀ ਚੈਨਲ ਦੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸ਼ਾਲਾ ਜਨਤਾ ਦੇ ਇਹ ਖਦਸ਼ੇ ਨਿਰਮੂਲ ਹੋਣ। ਇਹ ਕਿਹੜੇ ਖਦਸ਼ੇ ਨੇ, ਇਹ ਕਿਹੜੀਆਂ ਸ਼ੰਕਾਵਾਂ ਨੇ ਜਿਨ੍ਹਾਂ ਨਾਲ ਜਨਤਾ ਵਾਬਸਤਾ ਹੈ। ਸਾਨੂੰ ਪਤਾ ਹੈ ਕਿ ਕੈਪਟਨ ਦੇ ਜਾਣ ਤੋਂ ਬਾਅਦ ਚੰਨੀ ਦੀ ਜੋ ਸਰਕਾਰ ਆਈ ਹੈ, ਚਰਨਜੀਤ ਸਿੰਘ ਚੰਨੀ ਨੇ ਜੋ ਸਰਕਾਰ ਬਣਾਈ ਹੈ, ਉਹਦੇ ਵਿੱਚ ਨਿਤ ਨਵੇਂ ਐਲਾਨ ਕੀਤੇ ਜਾ ਰਹੇ ਨੇ। ਜਨਤਾ ਦੀ ਖੁਸ਼ਨੁਦੀ ਹਾਸਲ ਕੀਤੀ ਜਾ ਰਹੀ ਹੈ। ਸਭ ਤੋਂ ਜ਼ਿਆਦਾ ਰਾਜਾ ਵੜਿੰਗ ਐਕਟਿਵ ਨਜ਼ਰ ਆ ਰਹੇ ਨੇ। ਟਰਾਂਸਪੋਰਟ ਮਹਿਕਮੇ ਦੇ ਵਿੱਚ ਉਹਨਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਉਹਦੀ ਗਣਨਾ ਕਰਵਾ ਰਹੇ ਨੇ। ਇਹਦੇ ਵਿੱਚ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ, ਇਹ ਸਮੇਂ ਦੇ ਗਰਭ ਵਿੱਚ ਲੁਕਿਆ ਹੋਇਆ ਹੈ। ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕਿ ਉਹਨਾਂ ਦੀਆਂ ਇਹ ਪ੍ਰਾਪਤੀਆਂ ਕਿੰਨੀਆਂ ਕੁ ਸਾਰਥਕ ਸਨ। ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਜੋ MLA ਹਨ, ਉਹਨਾਂ ਦੇ ਟਰਾਂਸਪੋਰਟ ਮਹਿਕਮੇ ਬਾਰੇ ਤਾਂ ਰਾਜਾ ਵੜਿੰਗ ਜੀ ਚੁੱਪ ਹੀ ਨੇ। ਸ਼ਾਇਦ ਹੋ ਸਕਦਾ ਹੈ ਉਹ ਉਹਨਾਂ ਤੇ ਵੀ ਕੋਈ ਐਕਸ਼ਨ ਲੈ ਰਹੇ ਹੋਣ ਜੋ ਜਨਤਾ ਨੂੰ ਸਮਝ ਨਾ ਆ ਰਿਹਾ ਹੋਵੇ ਜਾਂ ਜਨਤਾ ਦੇ ਸਾਹਮਣੇ ਨਾ ਹੋਵੇ। ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਬਾਰੇ ਭਵਿੱਖ ਹੀ ਦੱਸੇਗਾ ਕਿ ਕੀ ਠੀਕ ਹੋ ਰਿਹਾ ਤੇ ਕੀ ਗਲਤ ਹੋ ਰਿਹਾ। ਇਸ ਤੋਂ ਬਾਅਦ ਚੰਨੀ ਸਾਹਿਬ ਦੀ ਗੱਲ ਕਰੀਏ ਤੇ ਚੰਨੀ ਸਾਹਿਬ ਆਪਣੀ ਕਾਰਜਸ਼ੈਲੀ ਰਾਹੀਂ ਲੋਕਾਂ ਨੂੰ ਦਰਸਾਉਣਾ ਚਾਹੁੰਦੇ ਨੇ ਕਿ ਉਹ ਇੱਕ ਆਮ ਆਦਮੀ ਵਜੋਂ ਕੰਮ ਕਰ ਰਹੇ ਨੇ, ਲੋਕ ਸੇਵਕ ਬਣ ਕੇ ਕੰਮ ਕਰ ਰਹੇ ਨੇ। ਜੇ ਉਹ ਕਿਧਰੇ ਯਾਤਰਾ 'ਤੇ ਨਿਕਲਦੇ ਨੇ, ਹੈਲੀਕਾਪਟਰ ਦੇ ਵਿੱਚ ਵੀ ਉਹਨਾਂ ਦੀ ਤਸਵੀਰ ਲਈ ਜਾਂਦੀ ਹੈ ਕਿ ਉੱਥੇ ਵੀ ਬੈਠੇ ਕੰਮ ਕਰ ਰਹੇ ਨੇ। ਜੇ ਉਹ ਅੱਧੀ ਰਾਤ ਨੂੰ ਕਿਤੇ ਨਿਕਲਦੇ ਨੇ, ਕਿਸੇ ਕੰਧ 'ਤੇ ਬੈਠ ਕੇ ਕੋਈ ਸਮੱਸਿਆ ਦਾ ਹੱਲ ਕਰਦੇ ਦਿਖਾਏ ਜਾ ਰਹੇ ਨੇ। ਗੱਲ ਕੀ ਉਹਨਾਂ ਦੀ ਜਿਹੜੀ ਹਰ ਇੱਕ ਗੱਲ ਹੈ ਜਾਂ ਹਰ ਇੱਕ ਉਹਨਾਂ ਦਾ ਜੋ ਕੰਮ ਹੈ, ਉਸ ਨੂੰ ਬਹੁਤ ਪ੍ਰਸਾਰਿਆ ਜਾ ਰਿਹਾ। ਤੇ ਕਿਧਰੇ ਉਹ ਕਹਿ ਰਹੇ ਨੇ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਉਹ 7 ਕਿਲੋਵਾਟ ਤੱਕ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ। ਕਿਧਰੇ ਉਹ ਗਰੀਬਾਂ ਦੇ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ ਮਾਫ ਕਰਨ ਦੀ ਗੱਲ ਕਰ ਰਹੇ ਨੇ। ਕਿਧਰੇ ਲਾਲ ਲਕੀਰ ਦੇ ਅੰਦਰ ਜਿੰਨੇ ਮਕਾਨ ਹੈਗੇ ਨੇ ਉਹ ਉਹਨਾਂ ਵਿੱਚ ਵਸਦੇ ਲੋਕਾਂ ਦੇ ਨਾ ਕਰਨ ਦੀ ਗੱਲ ਕਰ ਰਹੇ ਨੇ। ਕਿਧਰੇ ਉਹ ਬਿਜਲੀ ਸਮਝੌਤਿਆਂ ਬਾਰੇ ਗੱਲ ਕਰਨ ਦੀ ਵੀ ਰੱਟ ਲਾਏ ਹੋਏ ਸਨ। ਪਰ ਉਹ ਹੁਣ ਪਤਾ ਲੱਗਿਆ ਕਿ ਵਿਧਾਨ ਸਭਾ ਦੇ ਵਿੱਚ ਜੋ ਕਾਰਵਾਈ ਹੋਈ ਹੈ ਉਹ ਤਾਂ ਕਾਟੋ ਕਲੇਸ਼ ਦੇ ਵਿੱਚ ਹੀ ਨਿਕਲ ਗਈ। ਲੇਕਿਨ ਪਤਾ ਇਹ ਲੱਗਿਆ ਕਿ ਉਹਨਾਂ ਨੇ ਬਿਜਲੀ ਜਿਹੜੇ ਸਮਝੌਤੇ ਹੋਏ ਆ ਉਹ ਰੱਦ ਨਹੀਂ ਹੋ ਸਕਦੇ। ਇਸ ਵਾਸਤੇ ਉਹਨਾਂ ਕੰਪਨੀਆਂ ਦੇ ਨਾਲ ਦੁਬਾਰਾ ਤੋਂ ਰੇਟ ਜਿਹੜੇ ਆ ਉਹਨਾਂ ਦੇ ਬਾਰੇ 'ਚ, ਰੇਟਾਂ ਦੇ ਸੋਧੇ ਹੋਏ ਰੇਟਾਂ ਦੇ ਬਾਰੇ 'ਚ ਗੱਲ ਕਰਨ ਦੀ ਉਹਨਾਂ ਨੇ ਮਨਸ਼ਾ ਜਤਾਈ ਹੈ। ਅਤੇ ਵਾਈਟ ਪੇਪਰ ਜਾਰੀ ਕਰਕੇ ਇਹ ਦੱਸਿਆ ਹੈ ਕਿ ਉਹ ਬਿਜਲੀ ਮਹਿਕਮੇ, ਜਿਹੜੀਆਂ ਬਿਜਲੀ ਕੰਪਨੀਆਂ ਹੈਗੀਆਂ, ਉਹਨਾਂ ਦੇ ਨਾਲ ਰੇਟਾਂ ਦੀ ਸੋਧ ਸੁਧਾਈ ਦੇ ਬਾਰੇ 'ਚ ਗੱਲ ਕਰਨਗੇ। ਇੱਥੋਂ ਪਤਾ ਲੱਗਦਾ ਹੈ ਕਿ ਜਿਹੜੀ ਪਿਛਲੀ ਅਕਾਲੀ ਸਰਕਾਰ ਸੀ ਉਹਨੇ ਕਿੰਨੇ ਪੱਕੇ ਪੀਡੇ ਢੰਗ ਦੇ ਨਾਲ ਇਹ ਸਮਝੌਤੇ ਕੀਤੇ ਸਨ ਕਿ ਕੋਈ ਛੇਤੀ ਕੀਤੇ ਇਹਨਾਂ ਨੂੰ ਰੱਦ ਹੀ ਨਹੀਂ ਕਰ ਸਕਦਾ। ਤਾਂ ਬੜੀ ਅਣਸੁਖਾਵੀਂ ਜਿਹੀ ਸਥਿਤੀ ਬਣੀ ਹੋਈ ਹੈ। ਲੋਕਾਂ ਨੂੰ ਬੜੀ ਨਿਰਾਸ਼ਾ ਹੱਥ ਲੱਗਦੀ ਹੈ ਕਿ ਅਸੀਂ ਜਿਨ੍ਹਾਂ ਨੂੰ ਆਪਣੇ ਸਮਝਦੇ ਰਹੇ, ਉਹਨਾਂ ਲੋਕਾਂ ਨੇ ਸਾਡੇ ਨਾਲ ਕਿੰਨਾ ਵਿਸ਼ਵਾਸਘਾਤ ਕੀਤਾ ਅਤੇ ਸਾਡੇ ਆਪਣੇ ਹੀ ਕਹਾਉਣ ਵਾਲਿਆਂ ਨੇ ਸਾਨੂੰ ਵਾੜ ਖੇਤ ਨੂੰ ਖਾਣ ਵਾਂਗ ਇਸ ਤਰ੍ਹਾਂ ਖਾਧਾ ਕਿ ਅਸੀਂ ਸ਼ਾਇਦ ਸਾਲਾਂ ਤੱਕ ਉੱਠ ਹੀ ਨਾ ਸਕੀਏ। ਪਰ ਖੈਰ, ਜਿੱਥੇ ਚਾਹ ਉੱਥੇ ਰਾਹ ਹੋਣਾ ਕੁਦਰਤੀ ਹੈ। ਜੇ ਇਸ ਨਵੀਂ ਸਰਕਾਰ ਦੇ ਕੋਲ ਚਾਹ ਹੋਈ ਤੇ ਹੋ ਸਕਦਾ ਹੈ ਇਹਨਾਂ ਨੂੰ ਕੋਈ ਨਾ ਕੋਈ ਰਾਹ ਮਿਲ ਹੀ ਜਾਵੇ। ਤੇ ਜੇ ਮੈਂ ਗੱਲ ਕਰਾਂ ਕੱਲ੍ਹ ਜਿਹੜੀ ਵਿਧਾਨ ਸਭਾ ਸੈਸ਼ਨ ਦੇ ਵਿੱਚ
ਕਾਰਵਾਈ ਹੋਈ ਹੈ। ਪਹਿਲੇ ਦਿਨ ਦੀ ਕਾਰਵਾਈ ਇਸ ਕਰਕੇ ਉਠਾ ਦਿੱਤੀ ਕਿ ਜਿਹੜੀਆਂ ਵਿਛੜੀਆਂ ਆਤਮਾਵਾਂ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਸਦਨ ਉਠਾ ਦਿੱਤਾ ਗਿਆ। ਪਰ ਭਾਈ ਇਹ ਪੰਜਾਬ ਦੇ ਪੈਸੇ ਦੀ ਬਰਬਾਦੀ ਨਹੀਂ? ਕੀ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਹਨਾਂ ਵਿਧਾਇਕਾਂ ਕੋਲ ਕੋਈ ਸਮਾਂ ਨਹੀਂ ਸੀ ਕਿ ਉਹ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਸਕਦੇ? ਕੀ ਇਹਨਾਂ ਕੋਲ ਇੰਨੀ ਮਸਰੂਫੀਅਤ ਸੀ ਕਿ ਇਹ ਲੋਕ ਸਿਰਫ ਤੇ ਸਿਰਫ ਪੰਜਾਬ ਦੇ ਉਹਨਾਂ ਵਿਛੜੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਥੱਕ ਗਏ ਅਤੇ ਹੋਰ ਕੋਈ ਕੰਮ ਕਰ ਨਹੀਂ ਸਕਦੇ ਸੀ, ਥੱਕ ਗਏ ਸੀ, ਇਸ ਕਰਕੇ ਇਹਨਾਂ ਨੇ ਵਿਧਾਨ ਸਭਾ ਸੈਸ਼ਨ ਉਠਾ ਦਿੱਤਾ? ਸਵਾਲ ਬਹੁਤ ਵੱਡਾ ਆ। ਇੱਕ ਦਿਨ ਦਾ 70 ਲੱਖ ਰੁਪਇਆ ਖਰਚ ਹੁੰਦਾ ਹੈ ਵਿਧਾਨ ਸਭਾ ਸੈਸ਼ਨ ਦੇ ਉੱਤੇ, ਤਾਂ ਕੀ ਉਹ 70 ਲੱਖ ਰੁਪਇਆ ਬਰਬਾਦ ਨਹੀਂ ਗਿਆ? ਅਤੇ ਹੁਣ ਜੇ ਕੱਲ੍ਹ ਦੀ ਗੱਲ ਕਰੀਏ, ਕੱਲ੍ਹ ਜਿਹੜਾ ਵਿਧਾਨ ਸਭਾ ਸੈਸ਼ਨ ਅਸੀਂ ਦੇਖਿਆ ਉਹਦੇ ਵਿੱਚ ਕੁੱਕੜਾਂ ਵਾਂਗ ਲੜਦੇ ਹੋਏ ਵਿਧਾਇਕ, ਮੁੱਖ ਮੰਤਰੀ ਸਮੇਤ ਸਾਰੇ ਦੇਖੇ ਗਏ। ਤਾਂ ਇਹ ਜਿਹੜੇ ਮਿਹਣੋ ਮਿਹਣੀ ਹੋਏ, ਇਹ ਜਿਹੜਾ ਰੇੜਕਾ ਪਾਇਆ ਗਿਆ, ਕੀ ਇਹ ਸੱਭਿਅ ਲੋਕਾਂ ਦੀ ਗੱਲ ਕਹੀ ਜਾ ਸਕਦੀ ਹੈ? ਕੀ ਇਸ ਪਵਿੱਤਰ ਸਦਨ ਦੇ ਵਿੱਚ ਇਸ ਤਰ੍ਹਾਂ ਕੁੱਕੜ ਖੇ ਉਡਾਉਣਾ ਚੰਗਾ ਕੰਮ ਹੈ? ਤੁਸੀਂ ਆਉਣ ਵਾਲੀ ਜਨਰੇਸ਼ਨ ਲਈ, ਆਉਣ ਵਾਲੀ ਪੀੜ੍ਹੀ ਲਈ ਕੀ ਮਾਡਲ ਸਥਾਪਿਤ ਕਰ ਰਹੇ ਹੋ? ਸੱਭਿਅ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਸੁਲਝਾਉਣਾ ਤੁਹਾਡਾ ਕੰਮ ਹੈ। ਤੁਸੀਂ ਲੋਕ ਪੰਜਾਬੀਆਂ ਦੇ ਨੁਮਾਇੰਦੇ ਹੋ ਅਤੇ ਨੁਮਾਇੰਦੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ, ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਗੇ, ਤਾਂ ਸਾਡੇ ਆਮ ਲੋਕਾਂ ਨੂੰ ਉਸ ਤੋਂ ਕੀ ਸੇਧ ਮਿਲੇਗੀ? ਬੜੇ ਸੱਭਿਅ ਤਰੀਕੇ ਦੇ ਨਾਲ ਤੁਸੀਂ ਹਰ ਗੱਲ ਕਰ ਸਕਦੇ ਹੋ, ਹਰ ਮਸਲਾ ਸੁਲਝਾਉਣ ਦਾ ਯਤਨ ਕਰ ਸਕਦੇ ਹੋ, ਪਰ ਇਸ ਤਰ੍ਹਾਂ ਮਿਹਣੋ ਮਿਹਣੀ ਹੋਣਾ, ਇੱਕ ਦੂਜੇ 'ਤੇ ਚਿੱਕੜ ਉਛਾਲਣਾ, ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰਨੀ ਮੇਰੀ ਜਾਚੇ ਕਿਵੇਂ ਵੀ ਜਾਇਜ਼ ਨਹੀਂ। ਅਤੇ ਮੈਨੂੰ ਲੱਗਦਾ ਕਿ ਬਹੁਤੀ ਜਨਤਾ ਵੀ ਇਸ ਪਾਸਿਓਂ ਨਿਰਾਸ਼ ਹੀ ਹੋਏਗੀ। ਲੋਕ ਕਹਿੰਦੇ ਨੇ, ਜਦੋਂ ਅਸੀਂ ਉਹਨਾਂ ਦੇ ਮੂੰਹ ਦੀ ਆਵਾਜ਼ ਸੁੰਘਦੇ ਹਾਂ, ਅਤੇ ਉਹ ਕਹਿੰਦੇ ਨੇ ਕਿ ਇਹਨਾਂ ਦਾ ਆਪਣਾ ਕਾਟੋ ਕਲੇਸ਼ ਹੀ ਨਹੀਂ ਮੁੱਕਦਾ ਅਤੇ ਇਹਨਾਂ ਨੇ ਲੋਕ ਮਸਲੇ ਹੱਲ ਕੀ ਕਰਨੇ ਆ। ਹੁਣ ਇਹ ਤਾਂ ਇਹ ਲੋਕ ਹੀ ਜਾਣਨ ਕਿ ਕੀ ਇਹ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਇਮਾਨਦਾਰ ਨੇ। ਕੁਝ ਲੋਕ ਇਹ ਵੀ ਕਹਿੰਦੇ ਸੁਣੇ ਗਏ ਆ ਕਿ ਹੋਣਾ ਕੁਝ ਨਹੀਂ ਜੀ, ਇਹ ਸਰਕਾਰ ਸਿਰਫ ਤੇ ਸਿਰਫ ਐਲਾਨ ਕਰ ਰਹੀ ਹੈ, ਚੋਣਾਂ ਦੇ ਦਿਨ ਨੇੜੇ ਨੇ ਅਤੇ ਚੋਣਾਂ ਦੇ ਵਿੱਚ ਆਪਣੀ ਬਾਜੀ ਮਾਰਨ ਵਾਸਤੇ, ਆਪਣਾ ਹੱਥ ਉੱਪਰ ਰੱਖਣ ਵਾਸਤੇ ਇਹ ਇਹੋ ਜਿਹੇ ਐਲਾਨ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਆਮ ਲੋਕ ਖੁਸ਼ ਹੋ ਜਾਣ ਅਤੇ ਖੁਸ਼ ਹੋ ਕੇ ਇਸੇ ਪਾਰਟੀ ਨੂੰ ਦੁਬਾਰਾ ਵੋਟਾਂ ਪਾ ਲੈਣ ਅਤੇ ਦੁਬਾਰਾ ਚੁਣ ਕੇ ਅਸੀਂ ਫਿਰ ਤੋਂ ਆ ਜਾਈਏ। ਹੋ ਵੀ ਸਕਦਾ ਅਤੇ ਨਹੀਂ ਵੀ। ਲੋਕਾਂ ਦੇ ਖਦਸ਼ੇ ਨੇ, ਲੋਕਾਂ ਦੀ ਸ਼ੰਕਾ ਹੈ, ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਐਲਾਨਨਾਮੇ ਹੋ ਰਹੇ ਨੇ, ਇਹ ਅਮਲ ਵਿੱਚ ਵੀ ਆਉਣਗੇ ਕਿ ਨਹੀਂ ਆਉਣਗੇ, ਕਿਹਾ ਨਹੀਂ ਜਾ ਸਕਦਾ। ਅਤੇ ਲੋਕਾਂ ਨੇ ਤਾਂ ਇੱਥੋਂ ਤੱਕ ਵੀ ਦੱਸਿਆ ਹੈ ਕਿ ਪਿੱਛੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਕਰਨ ਦਾ ਫੈਸਲਾ ਲਿਆ ਸੀ ਅਤੇ ਕਿਹਾ ਸੀ ਉਸ ਦਿਨ ਅੱਧੀ ਰਾਤ ਨੂੰ ਹੀ ਇਹ ਜਿਹੜੇ ਨਵੇਂ ਰੇਟ ਹੈਗੇ ਨੇ ਉਹ ਚਾਲੂ ਹੋ ਜਾਣਗੇ। ਲੇਕਿਨ ਪੈਟਰੋਲ ਪੰਪਾਂ 'ਤੇ ਜਾਣ ਵਾਲਿਆਂ ਨੇ ਦੱਸਿਆ ਕਿ ਇਹ ਰੇਟ ਉਸ ਐਲਾਨ ਤੋਂ ਘੱਟੋ ਘੱਟ 2 ਦਿਨ ਬਾਅਦ ਚਾਲੂ ਹੋਏ, ਲਾਗੂ ਹੋਏ। ਕਾਰਨ ਇਹ ਦੱਸਿਆ ਗਿਆ ਕਿ ਲਿਖਤੀ ਆਰਡਰ ਨਹੀਂ ਸੀ ਆਏ। ਹੁਣ ਪਤਾ ਨਹੀਂ ਕੀ ਸੱਚ ਹੈ ਕੀ ਝੂਠ ਹੈ, ਲੇਕਿਨ ਲੋਕਾਂ ਦੇ ਖਦਸ਼ੇ ਨੇ ਕਿ
ਇਹ ਕੰਮ ਇਸ ਤਰ੍ਹਾਂ ਕਿਉਂ ਹੋ ਰਿਹਾ। ਤੇ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ, ਵੈਸੇ ਇੱਥੇ ਕਹਿਣਾ ਬਣਦਾ ਨਹੀਂ ਹੈ, ਲੇਕਿਨ ਲੋਕਾਂ ਦੀ ਸ਼ੰਕਾ ਹੈ, ਲੋਕ ਜੋ ਕਹਿ ਰਹੇ ਨੇ ਅਸੀਂ ਉਹੀ ਦੱਸ ਰਹੇ ਹਾਂ, ਕਿ ਲੋਕ ਇਹ ਕਹਿ ਰਹੇ ਨੇ ਕਿ ਭਾਈ ਇਹ ਜਿਹੜੀ ਸਰਕਾਰ ਹੈ ਇਹ ਕਠਪੁਤਲੀ ਸਰਕਾਰ ਹੈ। ਇਸ ਨੂੰ ਪਿੱਛੋਂ ਜੋ ਚਲਾ ਰਹੇ ਨੇ ਉਹ ਆਪਣੇ ਮਨਮਰਜ਼ੀ ਦੇ ਹਿਸਾਬ ਨਾਲ ਬਾਂਹ ਮਰੋੜ ਕੇ ਚਲਾ ਰਹੇ ਨੇ। ਉੱਤੋਂ ਦੇਖਣ ਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਲੋਕ ਹਿੱਤੂ ਫੈਸਲੇ ਲੈ ਰਹੇ ਨੇ। ਉੱਤੋਂ ਦੇਖਣ ਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਕਹਿ ਰਹੇ ਨੇ ਕਿ ਮੈਂ ਗਰੀਬ ਹੋ ਸਕਦਾ, ਮੈਂ ਕਮਜ਼ੋਰ ਨਹੀਂ। ਉਹਨਾਂ ਦੀ ਇਸ ਗੱਲ 'ਚ ਦਮ ਲੱਗਦਾ ਹੈ ਜਦੋਂ ਅਸੀਂ ਲੋਕਾਂ ਦੇ ਹਿੱਤ ਵਿੱਚ ਕੀਤੇ ਗਏ ਉਹਨਾਂ ਦੇ ਫੈਸਲਿਆਂ 'ਤੇ ਨਜ਼ਰ ਮਾਰਦੇ ਹਾਂ। ਲੇਕਿਨ ਲੋਕ ਕਹਿੰਦੇ ਨੇ, ਅਸੀਂ ਨਹੀਂ ਕਹਿੰਦੇ, ਪਰ ਲੋਕ ਕਹਿੰਦੇ ਨੇ ਕਿ ਇਹ ਜਿਹੜੇ ਫੈਸਲੇ ਹੋ ਰਹੇ ਨੇ ਇਹ ਤਾਂ ਸਿਰਫ ਇੱਕ ਦਿਖਾਵਾ ਆ। ਅਸਲ ਦੇ ਵਿੱਚ ਇਹ ਜਿਹੜੇ ਐਲਾਨਨਾਮੇ ਨੇ ਇਹ ਕਾਗਜ਼ੀ ਐਲਾਨ ਹੀ ਹੋ ਕੇ ਰਹਿ ਜਾਣ ਵਾਲੇ ਨੇ। ਹੁਣ ਇਹਦੇ ਵਿੱਚ ਆਪਾਂ ਓਨੀ ਦੇਰ ਤੱਕ ਕੁਝ ਨਹੀਂ ਕਹਿ ਸਕਦੇ ਜਿੰਨੀ ਦੇਰ ਸਭ ਕੁਝ ਸਾਡੇ ਸਾਹਮਣੇ ਨਹੀਂ ਆ ਜਾਂਦਾ, ਤੇ ਸਾਹਮਣੇ ਆਉਣ ਵਿੱਚ ਵਕਤ ਲੱਗੇਗਾ। ਲੋਕਾਂ ਦੀ ਨਜ਼ਰ ਦੇ ਵਿੱਚ ਇਹ ਇੱਕ ਉਹ ਸਰਕਾਰ ਹੈ ਜਿਹੜੀ ਇਨਡਾਇਰੈਕਟ ਰੂਪ ਦੇ ਵਿੱਚ ਵਿਰੋਧੀਆਂ ਦੁਆਰਾ ਚਲਾਈ ਜਾ ਰਹੀ ਹੈ। ਕੈਪਟਨ ਸਾਹਿਬ ਤਾਂ ਚੁੱਪ ਕਰਕੇ ਬੈਠੇ ਰਹੇ, ਉਹ ਸਿਸਵਾ ਫਾਰਮ ਤੋਂ ਬਾਹਰ ਨਹੀਂ ਨਿਕਲੇ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਤੇ ਉਹ ਇੱਕ ਤਰ੍ਹਾਂ ਦਾ ਨਾਲ ਭਾਜਪਾ ਦੇ ਨਾਲ ਭਾਈਵਾਲ ਹੀ ਸਾਬਤ ਸਿੱਧ ਹੋਏ। ਹੋ ਸਕਦਾ ਹੈ ਉਹ ਹੋਣ ਵੀ, ਹੋ ਸਕਦਾ ਨਾ ਵੀ ਹੋਣ, ਲੇਕਿਨ ਉਹਨਾਂ ਦੀਆਂ ਜੋ ਹੁਣ ਦੀਆਂ ਗਤੀਵਿਧੀਆਂ ਨੇ ਉਹ ਇਹ ਦਰਸਾਉਂਦੀਆਂ ਨੇ ਕਿ ਜੋ ਉਹਨਾਂ ਨੂੰ ਭਾਜਪਾ ਵੱਲੋਂ ਇਸ਼ਾਰਾ ਹੁੰਦਾ ਸੀ ਉਹ ਉਸੇ 'ਤੇ ਸਿਸਵਾ ਫਾਰਮ ਦੇ ਵਿੱਚ ਬੈਠਿਆਂ ਅਮਲ ਕਰਵਾ ਦਿੰਦੇ ਸੀ। ਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਜੋ ਉਹਨਾਂ ਨੂੰ ਪਿੱਛੋਂ ਇਸ਼ਾਰਾ ਹੁੰਦਾ ਹੈ ਉਹ ਉਹਦੇ ਮੁਤਾਬਕ ਆਪਣਾ ਐਲਾਨ ਕਰ ਦਿੰਦੇ ਨੇ। ਇਹ ਐਲਾਨਨਾਮੇ ਅਮਲ ਦੇ ਵਿੱਚ ਆਉਣਗੇ ਤਾਂ ਹੀ ਲੋਕਾਂ ਨੂੰ ਇਸ ਦੀ ਸੱਚਾਈ ਬਾਰੇ ਯਕੀਨ ਹੋਏਗਾ। ਇੱਕ ਗੱਲ ਹੋਰ ਲੋਕਾਂ ਦੀ ਨਜ਼ਰ ਦੇ ਵਿੱਚ ਬੜੀ ਖੜਕਦੀ ਹੈ, ਉਹ ਇਹ ਕਿ ਜਿਵੇਂ ਕੈਪਟਨ ਸਾਹਿਬ ਆਏ ਦਿਨ ਹੋਲਡਿੰਗ ਬੋਰਡ ਲਗਵਾ ਲੈਂਦੇ ਸੀ, ਆਪਣੀਆਂ ਪ੍ਰਾਪਤੀਆਂ ਦਾ ਢੰਡੋਰਾ ਪਿੱਟਦੇ ਸੀ, ਇਸ਼ਤਿਹਾਰਬਾਜ਼ੀ ਦੇ ਵਿੱਚ ਅਰਬਾਂ ਰੁਪਇਆ ਖਰਚ ਹੁੰਦਾ ਸੀ ਤੇ ਹੋਲਡਿੰਗ ਬੋਰਡਸ 'ਤੇ ਅਰਬਾਂ ਰੁਪਇਆ ਖਰਚ ਹੁੰਦਾ ਸੀ, ਬਿਲਕੁਲ ਉਸੇ ਤਰੀਕੇ ਦੇ ਨਾਲ ਚੰਨੀ ਸਰਕਾਰ ਵੀ ਇੱਕ ਨਿੱਕੀ 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 ਗੱਲ ਨੂੰ ਹੋਲਡਿੰਗ ਬੋਰਡਸ ਦੇ ਰਾਹੀਂ, ਪ੍ਰਿੰਟ ਮੀਡੀਆ ਦੇ ਰਾਹੀਂ, ਇਸ਼ਤਿਹਾਰਬਾਜ਼ੀ ਦੇ ਰਾਹੀਂ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ। ਤੇ ਲੋਕ ਪੁੱਛਦੇ ਨੇ ਕਿ ਇਹ ਜਿਹੜਾ ਖਰਚਾ ਹੈ ਕਿੱਥੋਂ ਆਉਂਦਾ ਹੈ, ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਗੁਲਾਬੀ ਸੁੰਡੀ ਜਿਵੇਂ ਨਰਮੇ 'ਤੇ ਪਈ, ਨਰਮਾ ਪੱਟੀ ਦੇ ਕਿਸਾਨ ਪੂਰੀ ਤਰ੍ਹਾਂ ਤਬਾਹ ਹੋਏ, ਉਹਨਾਂ ਦਾ ਮੁਆਇਨਾ ਚੰਨੀ ਸਾਹਿਬ ਖੁਦ ਕਰਕੇ ਆਏ ਸੀ ਤੇ ਉਹਨਾਂ ਨੂੰ ਯਕੀਨ ਵੀ ਦਵਾਇਆ ਸੀ ਕਿਸਾਨਾਂ ਨੂੰ ਕਿ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ, ਛੇਤੀ ਤੋਂ ਛੇਤੀ ਕਰਾਂਗੇ। ਫਿਰ ਗਿਰਦੌਰੀਆਂ ਹੋਈਆਂ, ਕਮੇਟੀ ਨੇ ਰਿਪੋਰਟ ਦਿੱਤੀ, ਤਾਂ ਹੁਣ ਇਹ ਕਿਹਾ ਗਿਆ ਕਿ ਕਿਸਾਨਾਂ ਨੂੰ ਸਿਰਫ ਅਸੀਂ ਕਿੱਲੇ ਦਾ 12,000 ਰੁਪਇਆ ਦੇ ਸਕਦੇ ਹਾਂ। ਕਿੱਥੇ 60,000 ਦਾ ਖਰਚਾ ਤੇ ਕਿੱਥੇ 12,000? ਕੀ ਕਿਸਾਨਾਂ ਨਾਲ ਇਹ ਖਿਲਵਾੜ ਨਹੀਂ? ਕੀ ਮੁੱਖ ਮੰਤਰੀ ਸਾਹਿਬ ਇੱਥੇ ਗਰੀਬ ਕਿਸਾਨਾਂ ਦੇ ਨਾਲ ਖੜ ਸਕੇ? ਜੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਡੀ ਮਦਦ ਕਰਾਂਗੇ, ਕੀ ਉਹ ਮਦਦ ਕਰ ਸਕੇ? ਖਦਸ਼ੇ ਜ਼ਾਹਰ ਹੁੰਦੇ ਆ ਲੋਕਾਂ ਦੇ, ਲੋਕ ਰੋ ਰਹੇ ਨੇ ਕਿ ਅਸੀਂ ਕਰੀਏ ਤਾਂ ਕੀ ਕਰੀਏ, ਜਾਈਏ ਤਾਂ ਕਿੱਧਰ ਜਾਈਏ, ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ। ਫਿਰ
ਚੰਨੀ ਸਾਹਿਬ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਾਂ। ਅਸੀਂ ਹਰ ਆਮ ਖਾਸ ਬੰਦੇ ਦੀ ਪਹੁੰਚ ਵਿੱਚ ਹਾਂ। ਲੇਕਿਨ ਲੋਕ ਕਹਿੰਦੇ ਨੇ ਕਿ ਇਹ ਸਿਰਫ ਇੱਕ ਵਿਖਾਵਾ ਆ। ਵਿਖਾਵਾ ਇਸ ਕਰਕੇ ਕਿ ਚੰਨੀ ਸਾਹਿਬ ਕਹਿ ਕੁਝ ਦਿੰਦੇ ਨੇ ਤੇ ਹੁੰਦਾ ਕੁਝ ਹੈ। ਜਿਵੇਂ ਟੀਚਰਾਂ ਦੀ ਜਿਹੜੀ ਤਨਖਾਹ ਸੀ ਉਹਦੇ ਵਿੱਚ ਡੀਏ ਦਾ ਰੌਲਾ, ਜਿਹੜੇ ਪੈਨਸ਼ਨਰ ਸੀ ਉਹਨਾਂ ਨੂੰ ਡੀਏ ਦਾ ਨਾਂ ਦੇਣਾ। ਕਿਹਾ ਕੁਛ ਜਾ ਰਿਹਾ ਤੇ ਕੀਤਾ ਕੁਛ ਜਾ ਰਿਹਾ। ਹੁਣ ਇਹ ਨਹੀਂ ਸਮਝ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਆਪਣੇ ਵਿੱਤ ਮੰਤਰੀ ਦੇ ਨਾਲ ਸਲਾਹ ਨਹੀਂ ਕਰਦੇ, ਜਾਂ ਵਿੱਤ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਗੱਲ ਹੀ ਨਹੀਂ ਮੰਨ ਕੇ ਰਾਜੀ। ਉਹ ਆਪਣੇ ਢੰਗ ਨਾਲ ਚੱਲਦੇ ਨੇ। ਜਿੱਥੋਂ ਤੱਕ ਬਿਜਲੀ ਕੰਪਨੀਆਂ ਨਾਲ ਸਮਝੌਤਿਆਂ ਦਾ ਸਵਾਲ ਹੈ, ਉੱਥੇ ਵੀ ਕੁਝ ਖਦਸ਼ੇ ਜ਼ਾਹਰ ਕਰਦੇ ਨੇ ਲੋਕ ਕਿ ਇਹ ਜਦੋਂ ਕੰਪਨੀਆਂ ਨਾਲ ਸਮਝੌਤੇ ਹੋਏ ਸੀ ਉਸ ਵੇਲੇ ਵੀ ਤਾਂ ਵਿੱਤ ਮੰਤਰੀ ਇਹੀ ਸਨ ਜਿਹੜੇ ਅੱਜ ਦੀ ਸਰਕਾਰ ਦੇ ਵਿੱਚ ਨੇ। ਤਾਂ ਉਸ ਵੇਲੇ ਵਿੱਤ ਮੰਤਰੀ ਸਾਹਿਬ ਨੇ ਕੁਝ ਨਹੀਂ ਸੋਚਿਆ ਲੋਕਾਂ ਦੇ ਭਲੇ ਲਈ? ਕਿ ਉਸ ਵੇਲੇ ਉਹਨਾਂ ਨੂੰ ਖਿਆਲ ਨਹੀਂ ਆਇਆ ਕਿ ਲੋਕ ਪਿਸਣਗੇ? ਜੇ ਉਹਨਾਂ ਨੂੰ ਉਸ ਵੇਲੇ ਖਿਆਲ ਆਉਂਦਾ ਤਾਂ ਸ਼ਾਇਦ ਉਹ ਉਸ ਸਰਕਾਰ ਨੂੰ ਉਸੇ ਵੇਲੇ ਛੱਡ ਕੇ ਪਰੇ ਹੋ ਜਾਂਦੇ, ਪਰ ਨਹੀਂ, ਉਹ ਪਰੇ ਨਹੀਂ ਹੋਏ। ਕਾਰਨ ਕਿ ਉਹਨਾਂ ਨੂੰ ਲੋਕ ਹਿੱਤਾਂ ਦੇ ਨਾਲ ਸ਼ਾਇਦ ਕੋਈ ਲੈਣਾ ਦੇਣਾ ਹੀ ਨਹੀਂ ਸੀ। ਇਹ ਲੋਕਾਂ ਦੀ ਸ਼ੱਕ ਹੈ। ਲੋਕਾਂ ਦੀ ਸ਼ੱਕ ਬਹੁਤ ਦੂਰ ਤੱਕ ਜਾਂਦੀ ਹੈ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਬੇਅਦਬੀਆਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਉਹਦਾ ਨਿਆਂ ਮਿਲੇਗਾ, ਉਹਦਾ ਨਿਆਂ ਵੀ ਚੰਨੀ ਸਰਕਾਰ ਨਾ ਦਵਾ ਸਕੇ। ਕਿਉਂ ਨਾ ਦਿਵਾ ਸਕੇ? ਇਹਦੇ ਪਿੱਛੇ ਵੀ ਲੋਕਾਂ ਦੇ ਖਦਸ਼ੇ ਨੇ ਕਿ ਬਾਦਲਾਂ ਨੂੰ ਬਚਾਉਣ ਵਾਸਤੇ ਕੁਝ ਲੋਕ ਮੌਜੂਦਾ ਸਰਕਾਰ ਦੇ ਵਿੱਚ ਬੈਠੇ ਨੇ। ਹੁਣ ਉਹ ਕਿਹੜੇ ਨੇ ਇਹ ਉਹਨਾਂ ਲੋਕਾਂ ਨੂੰ ਹੀ ਪਤਾ ਹੋਏਗਾ ਜਿਹੜੇ ਲੋਕ ਬੋਲਦੇ ਨੇ। ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਲੋਕਾਂ ਦੇ ਮੂੰਹ ਦੀ ਆਵਾਜ਼ ਅਸੀਂ ਇਸ ਵੀਡੀਓ ਰਾਹੀਂ ਸਾਹਮਣੇ ਰੱਖ ਰਹੇ ਹਾਂ ਕਿ ਲੋਕ ਕਹਿੰਦੇ ਨੇ ਕਿ ਬਾਦਲਾਂ ਨੂੰ ਬਚਾਉਣ ਵਾਸਤੇ ਮੌਜੂਦਾ ਸਰਕਾਰ ਦੇ ਵਿੱਚ ਕੁਝ ਲੋਕ ਹੈਗੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਨਾਲ ਬੇਅਦਬੀ ਵਾਲਾ ਮਸਲਾ ਜਿਹੜਾ ਹੈ ਉਹ ਅੱਗੇ ਵਧੇ, ਲੋਕਾਂ ਨੂੰ ਨਿਆਂ ਮਿਲੇ। ਲੋਕਾਂ ਨੂੰ ਨਿਆਂ ਤਾਂ ਹੀ ਮਿਲੇਗਾ ਜੇ ਸਾਡੇ ਪੋਲੀਟੀਸ਼ੀਅਨ, ਸਾਡੇ ਰਾਜਨੀਤੀਵਾਨ ਇਮਾਨਦਾਰੀ ਨਾਲ ਇਸ ਮਸਲੇ ਦੇ ਹੱਲ ਵੱਲ ਵਧਣਗੇ। ਤਾਂ ਦੂਜੀ ਗੱਲ, ਜਿਹੜੇ ਸਿੱਧੂ ਸਾਹਿਬ ਨੇ ਮਸਲੇ ਉਠਾਏ ਆ ਹੁਣ ਤੱਕ, IG, DIG ਵਗੈਰਾ ਜਿਹੜੇ ਪੁਲਿਸ ਅਫਸਰ ਹੈ ਵੱਡੇ, ਉਹਨਾਂ ਨੂੰ ਚੁਣਨ ਵੇਲੇ, ਉਹਨਾਂ ਦੀ ਨਿਯੁਕਤੀ ਵੇਲੇ ਕੀ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਸੀ ਪਤਾ ਕਿ ਲੋਕ ਕੌਣ ਨੇ, ਕਿਹਨਾਂ ਦੇ ਨਾਲ ਰਹਿੰਦੇ ਰਹੇ ਨੇ ਜਾਂ ਕਿਹਨਾਂ ਦੀ ਵਕਾਲਤ ਕਰਦੇ ਰਹੇ ਨੇ? ਤਾਂ ਇਸ ਵਾਸਤੇ ਵੀ ਲੋਕ ਬੜੇ ਸ਼ੱਕ ਜ਼ਾਹਰ ਕਰਦੇ ਨੇ ਕਿ ਇਹ ਕਿਉਂ ਹੋਇਆ। ਉਹਨਾਂ ਨਾਵਾਂ ਦੀ ਪ੍ਰੌੜਤਾ ਕਿਉਂ ਕੀਤੀ ਗਈ ਜਿਹੜੇ ਕਿ ਬਾਦਲਾਂ ਦੇ ਪਿੱਠੂ ਸਨ ਜਾਂ ਬਾਦਲਾਂ ਦਾ ਭਲਾ ਚਾਹੁਣ ਵਾਲੇ ਸਨ, ਸੁਮੇਧ ਸੈਣੀ ਵਰਗਿਆਂ ਦਾ ਭਲਾ ਚਾਹੁਣ ਵਾਲੇ ਸਨ। ਸੋ ਇਹ ਬਹੁਤ ਸਾਰੇ ਖਦਸ਼ੇ ਜਿਹੜੇ ਲੋਕ ਜ਼ਾਹਰ ਕਰ ਰਹੇ ਨੇ, ਉਹਨਾਂ ਨੂੰ ਜਦੋਂ ਅਸੀਂ ਗੌਰ ਨਾਲ ਵਾਚਦੇ ਹਾਂ ਤਾਂ ਕਿਤੇ ਨਾ ਕਿਤੇ ਦਿਲ ਡਰ ਜਾਂਦਾ ਹੈ ਕਿ ਹੋ ਤਾਂ ਇਹੀ ਕੁਛ ਰਿਹਾ ਹੈ। ਤਾਂ ਇਹਦੇ ਵਿੱਚ ਰੱਬ ਕਰੇ ਕੋਈ ਸੱਚ ਨਾ ਨਿਕਲੇ, ਰੱਬ ਕਰੇ ਇਹ ਸਾਰੇ ਖਦਸ਼ੇ ਨਿਰਮੂਲ ਸਾਬਤ ਹੋਣ ਤੇ ਇਹ ਜਿਹੜੀ ਸਰਕਾਰ ਹੈ, ਇਹ ਲੋਕ ਹਿੱਤੂ ਸਰਕਾਰ ਸਹੀ ਮਾਇਨਿਆਂ ਦੇ ਵਿੱਚ ਸਾਬਤ ਹੋਵੇ। ਹੁਣ ਜਿਹੜਾ ਲਾਲ ਲਕੀਰ ਵਾਲੀ ਗੱਲ ਹੈ
ਕਿ ਲਾਲ ਲਕੀਰ ਦੇ ਅੰਦਰ ਜਿਹੜੇ ਮਕਾਨ ਨੇ ਉਹਨਾਂ ਵਿੱਚ ਵਸਦੇ ਲੋਕਾਂ ਦੇ ਨਾਮ ਕਰਨਾ ਹੈ। ਤਾਂ ਉੱਪਰੀ ਨਜ਼ਰੇ ਦੇਖਿਆ ਸਾਨੂੰ ਸਭ ਨੂੰ ਇਹ ਲੱਗਦਾ ਹੈ ਕਿ ਹਾਂ ਬਹੁਤ ਵਧੀਆ ਗੱਲ ਹੈ, ਕਰਨਾ ਵੀ ਚਾਹੀਦਾ ਹੈ। ਜਿਹੜੇ ਲੋਕ ਇੰਨੀ ਦੇਰ ਤੋਂ ਉਹਨਾਂ ਮਕਾਨਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਮਲਕੀਅਤ ਉਹਨਾਂ ਦੇ ਨਾਂ ਹੋਣੀ ਜ਼ਰੂਰੀ ਹੈ। ਲੇਕਿਨ ਇਹਦੇ ਵਿੱਚ ਵੀ ਕੁਝ ਲੋਕਾਂ ਨੇ ਇਹ ਸ਼ੱਕ ਜ਼ਾਹਰ ਕੀਤੀ ਹੈ ਕਿ ਇਹ ਵੀ ਇੱਕ ਸਾਜ਼ਿਸ਼ ਹੈ। ਪੁੱਛਿਆ ਗਿਆ ਕਿ ਸਾਜ਼ਿਸ਼ ਕਿਸ ਤਰ੍ਹਾਂ ਹੈ, ਤਾਂ ਲੋਕਾਂ ਨੇ ਆਪਣਾ ਨਾਮ ਨਾ ਦੱਸਣ ਦੀ ਗੱਲ ਕਰਦਿਆਂ ਕਿ ਸਾਡਾ ਨਾਮ ਨਾ ਲਿਆ ਜਾਵੇ, ਤਾਂ ਉਹਨਾਂ ਨੇ ਆਪਣੀ ਸ਼ੱਕ ਜ਼ਾਹਰ ਕੀਤੀ। ਉਹ ਕਹਿੰਦੇ ਹੈ ਕਿ ਜਦੋਂ ਪਹਿਲਾਂ ਲਾਲ ਲਕੀਰ ਦੇ ਅੰਦਰ ਖਰੀਦ ਵਿੱਚ ਇਸ ਤਰ੍ਹਾਂ ਹੀ ਹੋ ਜਾਂਦੀ ਸੀ ਬਿਨਾਂ ਰਜਿਸਟਰੀ ਤੋਂ, ਤਾਂ ਉਹ ਬਹੁਤ ਵਧੀਆ ਗੱਲ ਸੀ। ਪਰ ਹੁਣ ਜੋ ਲਾਲ ਲਕੀਰ ਦੇ ਅੰਦਰ ਮਕਾਨਾਂ ਦੀ ਰਜਿਸਟਰੀ ਕਰਨ ਦੀ ਗੱਲ ਕੀਤੀ ਗਈ ਹੈ, ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੈ। ਅਸੀਂ ਪੁੱਛਿਆ ਕਿ ਇਹ ਕਿਵੇਂ, ਤਾਂ ਹੱਸ ਕੇ ਕਹਿਣ ਲੱਗੇ ਤੁਸੀਂ ਬੜੇ ਭੋਲੇ ਹੋ। ਅਸੀਂ ਕਿਹਾ ਉਹ ਕਿਉਂ? ਤਾਂ ਕਹਿੰਦੇ ਕਿ ਇਹ ਜਿਹੜੀ ਲਾਲ ਲਕੀਰ ਦੇ ਅੰਦਰ ਰਜਿਸਟਰੀ ਹੋਏਗੀ ਨਾ, ਇਹ ਰਜਿਸਟਰੀ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕੱਲ੍ਹ ਨੂੰ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਜ਼ਮੀਨਾਂ ਨੂੰ ਖਰੀਦਣ ਵਿੱਚ ਕੋਈ ਔਖ ਨਾ ਆਵੇ। ਕਿਉਂਕਿ ਜੇ ਰਜਿਸਟਰੀ ਨਹੀਂ ਸੀ ਹੁੰਦੀ, ਆਮ ਲੋਕ ਇੱਕ ਦੂਜੇ ਨਾਲ ਲੈਣ ਦੇਣ ਜ਼ਮੀਨ ਦਾ ਕਰ ਲੈਂਦੇ ਸੀ, ਤਾਂ ਉਹ ਕੋਈ ਸਬੂਤ ਨਹੀਂ ਸੀ ਹੁੰਦਾ। ਲੇਕਿਨ ਹੁਣ ਜਿਹੜੇ ਕਾਰਪੋਰੇਟ ਘਰਾਣੇ ਹੈ ਉਹਨਾਂ ਨੂੰ ਲੋਕਾਂ ਨੇ ਜ਼ਮੀਨ ਦੇਣੀ ਨਹੀਂ ਹੈ, ਤਾਂ ਲੋਕਾਂ ਨੇ ਜ਼ਮੀਨ ਨਹੀਂ ਦੇਣੀ, ਇਸ ਕਰਕੇ ਜ਼ਬਰਦਸਤੀ ਉਹਨਾਂ ਤੋਂ ਰਜਿਸਟਰੀ ਕਰਵਾਈ ਜਾਏਗੀ। ਕਿਉਂਕਿ ਉਹ ਅਨਪੜ੍ਹ ਨੇ, ਉਹਨਾਂ ਨੂੰ ਪਤਾ ਨਹੀਂ ਹੈ, ਕਿਸੇ ਨਾ ਕਿਸੇ ਤਰ੍ਹਾਂ ਭੁਲਾਵੇ ਵਿੱਚ ਲੈ ਕੇ ਉਹਨਾਂ ਦੇ ਦਸਖਤ ਲਏ ਜਾਣਗੇ ਅਤੇ ਇਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਕਾਗਜ਼ ਨੇ ਘਰ ਦੇ, ਉਹਨਾਂ 'ਤੇ ਕਬਜ਼ਾ ਕਰ ਲਿਆ ਜਾਏਗਾ ਅਤੇ ਉਹਨਾਂ ਤੋਂ ਉਹ ਰਜਿਸਟਰੀ ਕਰਵਾ ਲਈ ਜਾਏਗੀ। ਅਸੀਂ ਕਿਹਾ ਲੋਕ ਇੰਨੇ ਭੋਲੇ ਨੇ ਕਿ ਰਜਿਸਟਰੀ ਦੇ ਉੱਤੇ ਸਾਈਨ ਕਰ ਦੇਣਗੇ। ਤਾਂ ਉਹ ਕਹਿੰਦੇ ਲੋਕ ਭੋਲੇ ਤਾਂ ਜਿਹੜੇ ਹੈਗੇ ਤੁਸੀਂ ਉਸ ਤੋਂ ਵੱਧ ਭੋਲੇ ਹੋ, ਕਿਉਂਕਿ ਇਹੋ ਜਿਹੇ ਕੰਮਾਂ ਵਾਸਤੇ ਬਹੁਤ ਚਤੁਰਾਈਆਂ ਵਰਤੀਆਂ ਜਾਂਦੀਆਂ, ਬਹੁਤ ਤਰੀਕੇ ਵਰਤੇ ਜਾਂਦੇ ਹੈ ਜਿਨ੍ਹਾਂ ਦਾ ਸ਼ਾਇਦ ਤੁਹਾਨੂੰ ਇਲਮ ਨਹੀਂ, ਅਤੇ ਖੈਰ ਹੈ ਵੀ ਨਹੀਂ। ਸਾਨੂੰ ਇਹ ਚੀਜ਼ ਬਿਲਕੁਲ ਸਹੀ ਹੈ ਕਿ ਇਹੋ ਜਿਹੇ ਘਪਲੇਬਾਜ਼ੀਆਂ ਦਾ ਸਾਨੂੰ ਕੁਝ ਪਤਾ ਵੀ ਨਹੀਂ ਹੈ, ਜਾਣਕਾਰੀ ਹੀ ਨਹੀਂ ਹੈ। ਲੇਕਿਨ ਉਹ ਲੋਕ ਕਹਿੰਦੇ ਨੇ ਕਿ ਇਹ ਗੱਲਾਂ ਬਹੁਤ ਜ਼ਿਆਦਾ ਦੂਰ ਤੱਕ ਸੋਚ ਕੇ ਫਿਰ ਹੀ ਸਮਝ ਆ ਸਕਦੀਆਂ। ਖੈਰ ਜੋ ਅਸੀਂ ਉਹਨਾਂ ਤੋਂ ਸੁਣਿਆ ਉਹ ਅਸੀਂ ਇੱਥੇ ਰੱਖ ਦਿੱਤਾ। ਹੁਣ ਪਤਾ ਨਹੀਂ ਇਹਦੇ ਵਿੱਚ ਕੀ ਸੱਚ ਹੈ ਅਤੇ ਕੀ ਝੂਠ ਹੈ, ਲੇਕਿਨ ਲੋਕ ਬਹੁਤ ਡਰੇ ਹੋਏ ਨੇ। ਉਹਨਾਂ ਨੂੰ ਡਰ ਇਹੀ ਹੈ ਕਿ ਚੰਨੀ ਸਾਹਿਬ ਉੱਪਰੋਂ ਦੇਖਣ ਨੂੰ ਬਹੁਤ ਵਧੀਆ ਫੈਸਲੇ ਕਰ ਰਹੇ ਲੱਗਦੇ ਨੇ, ਲੇਕਿਨ ਇਹਨਾਂ ਦਾ ਸਿੱਟਾ ਕੀ ਨਿਕਲੇਗਾ ਉਹ ਅਜੇ ਪਤਾ ਨਹੀਂ ਹੈ। ਜਿੱਥੋਂ ਤੱਕ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਹੈ, ਸਾਡੇ ਪ੍ਰਗਟ ਸਿੰਘ ਜੀ ਅਤੇ ਸਿੱਧੂ ਸਾਹਿਬ ਮੁੱਦਿਆਂ ਦੀ ਰਾਜਨੀਤੀ 'ਤੇ ਬਹੁਤ ਦੇਰ ਤੋਂ ਰੌਲਾ ਪਾ ਰਹੇ ਹੈ, ਅਤੇ ਉਸ ਰੌਲੇ ਦੇ ਕਾਰਨ ਸ਼ਾਇਦ ਇਹ ਸਰਕਾਰ ਹੋਂਦ ਵਿੱਚ ਵੀ ਆ ਗਈ ਹੈ। ਤਾਂ ਇਹ ਹੁਣ ਮੁੱਦੇ ਜਿਹੜੇ ਨੇ ਇਹਨਾਂ ਦੇ ਉੱਤੇ ਵੀ ਕਿੰਨਾ ਕਾਟੋ ਕਲੇਸ਼ ਰਿਹਾ ਹੈ, ਕਿੰਨੀ ਚੁੰਝ ਚਰਚਾ ਹੁੰਦੀ ਰਹੀ ਹੈ, ਕਿਵੇਂ ਸਿੱਧੂ ਸਾਹਿਬ ਨੂੰ ਅਸਤੀਫਾ ਵੀ ਦੇਣਾ ਪਿਆ, ਭਾਵੇਂ ਉਹਨਾਂ ਨੇ ਹੁਣ ਪਿਛਲੇ ਦਿਨਾਂ 'ਚ ਵਾਪਸ ਲੈ ਲਿਆ ਹੈ। ਲੇਕਿਨ ਕਿਤੇ ਨਾ ਕਿਤੇ ਸਰਕਾਰ ਦੇ ਇਹਨਾਂ ਕੰਮਾਂ ਦਾ ਜਨਤਾ ਦੇ ਦਿਲ ਦੇ ਵਿੱਚ ਇੱਕ ਡਰ ਜ਼ਰੂਰ ਹੈ, ਇੱਕ ਖਦਸ਼ਾ ਜ਼ਰੂਰ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਇਹ ਸਰਕਾਰ ਲੋਕ ਹਿੱਤਾਂ ਲਈ ਕੁਝ ਨਹੀਂ ਕਰ ਰਹੀ। ਸਿਰਫ ਘੱਟਾ ਪਾਇਆ ਜਾ ਰਿਹਾ, ਸਿਰਫ ਦਿਖਾਇਆ ਜਾ ਰਿਹਾ ਕਿ ਅਸੀਂ ਲੋਕਾਂ ਦੇ ਹਿੱਤ 'ਚ ਕੰਮ ਕਰ ਰਹੇ ਹਾਂ। ਪਰਮਾਤਮਾ ਕਰੇ
ਕਿ ਜਨਤਾ ਦੇ ਇਹ ਸਾਰੇ ਖਦਸ਼ੇ ਨਿਰਮੂਲ ਸਾਬਤ ਹੋਣ। ਜਨਤਾ ਜੋ ਸੋਚ ਰਹੀ ਹੈ ਉਹ ਬਿਲਕੁਲ ਨਾ ਹੋਵੇ, ਤੇ ਜੋ ਕੁਝ ਸਰਕਾਰ ਕਰ ਰਹੀ ਹੈ ਉਹ ਲੋਕ ਹਿੱਤਾਂ ਦੇ ਵਿੱਚ ਘਟੇ, ਲੋਕ ਹਿੱਤਾਂ 'ਚ ਵਾਪਰੇ। ਲੋਕ ਹਿੱਤ ਜਨਤਾ ਦਾ ਪਹਿਲਾ ਫਰਜ਼ ਹੋਵੇ ਤੇ ਲੋਕ ਹਿੱਤ ਸਰਕਾਰ ਲੋਕ ਹਿੱਤਾਂ ਦੇ ਵਾਸਤੇ ਸਦਾ ਖੜੀ ਰਹੀ। ਇਹਨਾਂ ਗੱਲਾਂ ਦੇ ਵਿੱਚੋਂ ਜਦੋਂ ਆਪਾਂ ਸਿੱਟਾ ਕੱਢਦੇ ਹਾਂ ਤਾਂ ਕਾਫੀ ਕੁਛ ਨਜ਼ਰ ਆਉਂਦਾ ਹੈ ਕਿ ਕਿਤੇ ਨਾ ਕਿਤੇ ਲੋਕਾਂ ਦਾ ਸ਼ੱਕ ਨਿਰਮੂਲ ਨਹੀਂ ਹੈ। ਕਿਤੇ ਨਾ ਕਿਤੇ ਲੋਕ ਸ਼ਾਇਦ ਸਹੀ ਸ਼ੱਕ ਕਰ ਰਹੇ ਨੇ, ਕਿਉਂਕਿ ਜੋ ਕੁਛ ਘਟ ਰਿਹਾ ਹੈ, ਜੋ ਕੁਛ ਵਾਪਰ ਰਿਹਾ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਊਣਤਾਈਆਂ ਲੱਗਦੀਆਂ ਨੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਹੋਰਡਿੰਗਸ ਲਗਵਾਉਣਾ, ਪ੍ਰਿੰਟਿੰਗ ਮੀਡੀਆ ਦੇ ਵਿੱਚ ਇਸ਼ਤਿਹਾਰਬਾਜ਼ੀ ਕਰਨਾ ਜਨਤਾ ਦੇ ਪੈਸੇ ਦੀ ਬਰਬਾਦੀ ਹੈ। ਜੇ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਪੱਟੀ ਦੇ ਲੋਕ ਸਹੀ ਮੁਆਵਜ਼ਾ ਮੰਗਦੇ ਨੇ, ਉਹਨਾਂ ਵਾਸਤੇ ਸਰਕਾਰੀ ਖਜ਼ਾਨਾ ਖਾਲੀ ਹੈ, ਤੇ ਜਦੋਂ ਹੋਰ ਕੰਮ ਕਰਨੇ ਹੁੰਦੇ ਆ ਜਾਂ ਹੋਰਡਿੰਗਸ ਵਗੈਰਾ 'ਤੇ ਖਰਚਾ ਕਰਨਾ ਹੁੰਦਾ ਹੈ ਤਾਂ ਉਹਦੇ ਵਾਸਤੇ ਅਰਬਾਂ ਰੁਪਏ ਆ ਜਾਂਦੇ ਹੈ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਜਨਤਾ ਸ਼ਾਇਦ ਸੱਚੀ ਜਿਹੜੀ ਨੀਤ ਹੈ ਸਰਕਾਰ ਦੀ, ਉਹਨੂੰ ਸਹੀ ਤਰੀਕੇ ਨਾਲ ਭਾਪ ਰਹੀ ਹੈ। ਪਰ ਹੁਣ ਇੱਕ ਗੱਲ ਹੋਰ ਵੀ ਹੈ ਕਿ ਜਨਤਾ ਜਿਹੜੀ ਹੈ ਉਹ ਇੰਨੀ ਬੇਵਕੂਫ ਨਹੀਂ ਰਹੀ। ਜਨਤਾ ਨੂੰ ਸਭ ਸਮਝ ਆ ਰਿਹਾ ਹੈ। ਉਹ ਇੱਕ ਫਿਲਮ ਦੇ ਵਿੱਚ ਡਾਇਲਾਗ ਵੀ ਸੀਗਾ, ਇਹ ਪਬਲਿਕ ਹੈ ਇਹ ਸਭ ਜਾਣਤੀ ਹੈ। ਤਾਂ ਇਹ ਪਬਲਿਕ ਹੁਣ ਸਭ ਕੁਝ ਜਾਣਨ ਲੱਗ ਪਈ ਹੈ। ਕਿਸਾਨਾਂ ਨੇ ਵੀ ਬਿਜਲੀ ਸਮਝੌਤਿਆਂ ਬਾਰੇ ਪੁਸ਼ਟੀ ਕਰ ਦਿੱਤੀ ਸੀ ਕਿ ਇਹਨਾਂ ਨੇ ਰੱਦ ਨਹੀਂ ਕਰਨੀ। ਤਾਂ ਇਹ ਜਿਹੜੇ 3 ਕਾਨੂੰਨ ਨੇ, ਇਹਨਾਂ ਨੂੰ ਰੱਦ ਕਰਨ ਦੀ ਗੱਲ ਵਿਧਾਨ ਸਭਾ 'ਚ ਕਿੰਨੀ ਕੁ ਚੱਲੀ, ਦੱਸ ਸਕਦੇ ਹੋ? ਤੇ ਜੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸਰਕਾਰ ਇਮਾਨਦਾਰ ਹੋਵੇ ਤਾਂ ਹੁਣ ਤੱਕ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੋ ਚੁੱਕਿਆ ਹੋਣਾ ਸੀ। ਪਹਿਲੀ ਸਰਕਾਰ ਨੇ ਸਿਰਫ ਸੋਧ ਮਤਾ ਪਾਸ ਕੀਤਾ ਸੀ, ਜਿਹਦੇ ਵਿੱਚ ਉਹ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਵੀ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਵੀ ਰਹਿ ਗਏ ਸੀ ਕਿ ਅਸੀਂ ਸੁਪਰੀਮ ਕੋਰਟ 'ਚ ਜਾ ਹੀ ਨਹੀਂ ਸੀ ਸਕਦੇ। ਤੇ ਹੁਣ ਇਹ ਸਰਕਾਰ ਨੇ ਅਜੇ ਤੱਕ ਕੋਈ ਮਤਾ ਜਿਹੜਾ ਉਹ ਇਹਨਾਂ ਨੂੰ ਰੱਦ ਕਰਨ ਵਾਸਤੇ ਨਹੀਂ ਲਿਆਂਦਾ, ਜੋ ਕਿ ਪਹਿਲ ਦੇ ਆਧਾਰ 'ਤੇ ਲਿਆਂਦਾ ਜਾਣਾ ਚਾਹੀਦਾ ਸੀ। ਕਿਸਾਨ ਸਾਡੇ ਸਾਲ ਭਰ ਤੋਂ ਵਿਚਾਰੇ ਸੜਕਾਂ 'ਤੇ ਰੁਲ ਰਹੇ ਨੇ, ਘਰ-ਬਾਰ ਛੱਡੇ ਹੋਏ ਨੇ, ਫਸਲਾਂ ਤਬਾਹ ਹੋ ਰਹੀਆਂ ਨੇ। ਤਾਂ ਸਾਲ ਭਰ ਤੋਂ ਠੰਡੀਆਂ ਯਖ ਰਾਤਾਂ, ਗਰਮੀ ਦੀਆਂ ਪਿੰਡਾਂ ਲਾਉਂਦੀਆਂ ਲੂਆਂ, ਬਾਰਿਸ਼ਾਂ ਦਾ ਜਿਹੜਾ ਤਬਾਹਕੁਨ ਪਾਣੀ ਹੈ, ਉਹਦੇ ਵਿੱਚ ਨੰਗੇ ਧੜ ਬੈਠੇ ਉੱਥੇ ਸਰਕਾਰ ਦੀ ਜਾਨ ਨੂੰ ਰੋ ਰਹੇ ਹੈ, ਕੇਂਦਰ ਦੀ ਜਾਨ ਨੂੰ ਰੋ ਰਹੇ ਹੈ। ਤੇ ਸਾਡੀ ਪੰਜਾਬ ਸਰਕਾਰ ਦਾ ਕੀ ਇਹ ਪਹਿਲਾ ਫਰਜ਼ ਨਹੀਂ ਬਣਦਾ ਸੀ ਕਿ ਸਭ ਤੋਂ ਪਹਿਲਾਂ ਬਿਜਲੀ ਸਮਝੌਤੇ ਤਾਂ ਰੱਦ ਕਰਨੇ ਆ। ਤਾਂ 3 ਜਿਹੜੇ ਕਾਲੇ ਕਾਨੂੰਨ ਹੈ, ਕਿਸਾਨਾਂ ਦੀ ਹੋਂਦ ਦਾ ਮਸਲਾ ਹੈ, ਉਹਨੂੰ ਪਹਿਲ ਦੇ ਆਧਾਰ 'ਤੇ ਰੱਦ ਕਰਦੀ। ਗੱਲਾਂ ਦੇ ਵਿੱਚ ਮਿੱਠੀਆਂ ਗੋਲੀਆਂ ਦੇਣ ਦੇ ਨਾਲ ਲੋਕਾਂ ਦੀ ਖੁਸ਼ਨੂਦੀ ਹਾਸਲ ਕਰਨਾ ਹੁਣ ਸ਼ਾਇਦ ਇੰਨਾ ਸੰਭਵ ਨਹੀਂ ਰਿਹਾ। ਸੋ ਮੌਜੂਦਾ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਉਹ ਤਨੋਂ ਮਨੋਂ ਲਾ ਕੇ ਜਨਤਾ ਦੇ ਹਿੱਤਾਂ ਪ੍ਰਤੀ ਇਮਾਨਦਾਰ ਹੋ ਕੇ ਕੰਮ ਕਰੇ। ਇਮਾਨਦਾਰੀ ਦੇ ਨਾਲ, ਸੱਚੇ ਦਿਲ ਦੇ ਨਾਲ, ਦਿਆਨਤਦਾਰੀ ਦੇ ਨਾਲ ਜਦੋਂ
ਇਹ ਕੰਮ ਕੀਤੇ ਜਾਣਗੇ ਤਾਂ ਜਨਤਾ ਵੀ ਇਸ ਪਾਰਟੀ ਬਾਰੇ ਕੁਝ ਸੋਚ ਸਕਦੀ ਹੈ। ਤੇ ਜੇ ਇਹ ਸੋਚਿਆ ਜਾ ਰਿਹਾ ਹੈ ਕਿ ਅਸੀਂ ਇਸ਼ਤਿਹਾਰਬਾਜ਼ੀ ਦੇ ਸਿਰ 'ਤੇ ਲੋਕਾਂ ਨੂੰ ਦਿਖਾ ਕੇ ਵੋਟਾਂ ਬਟੋਰ ਲਵਾਂਗੇ ਤਾਂ ਇਹ ਬਹੁਤ ਵੱਡੀ ਗਲਤਫਹਿਮੀ ਹੈ। ਅੰਤ ਦੇ ਵਿੱਚ ਮੈਂ ਫਿਰ ਇਹੀ ਪਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਜੋ ਜਨਤਾ ਖਦਸ਼ੇ ਪ੍ਰਗਟਾ ਰਹੀ ਹੈ, ਪਰਮਾਤਮਾ ਕਰੇ ਜਨਤਾ ਦੇ ਇਹ ਖਦਸ਼ੇ ਨਿਰਮੂਲ ਸਿੱਧ ਹੋਣ ਤੇ ਸਾਡੀ ਪੰਜਾਬ ਸਰਕਾਰ ਜੋ ਕੁਝ ਕਰ ਰਹੀ ਹੈ ਉਹ ਲੋਕ ਹਿੱਤਾਂ ਵਿੱਚ ਹੀ ਹੋਵੇ ਤੇ ਉਹ ਸਹੀ ਰੂਪ ਦੇ ਵਿੱਚ ਅਮਲੀ ਜਾਮਾ ਪਹਿਨ ਸਕੇ। ਧੰਨਵਾਦ।